ਖਬਰਾਂ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ। ਮੈਂ ਹਾਂ ਸਤਪਾਲ ਸਿੰਘ ਜੌਹਲ ਤੇ ਕਿਸੇ ਤਰ੍ਹਾਂ ਦੀ ਗੱਲਬਾਤ ਕਰਨੀ ਹੋਵੇ, ਟੈਲੀਫੋਨ ਨੰਬਰ ਹੈ 416 895 3784 4168953784। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਦਿਨੀ ਸਪਸ਼ਟ ਕੀਤਾ ਸੀ ਕਿ ਉਹ ਕੈਨੇਡਾ ਤੋਂ ਵਿਦੇਸ਼ਾਂ ਦੇ ਵਿੱਚ ਆਉਣ ਵਾਲੇ ਲੋਕਾਂ ਤੋਂ ਜੋ ਟਰੈਵਲ ਰਿਸਟ੍ਰਿਕਸ਼ਨਸ ਪਾ ਕੇ ਰੋਕਾਂ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਹਟਾਉਣ ਦੀ ਕਾਹਲੀ ਵਿੱਚ ਨਹੀਂ ਨੇ। ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਅਮਰੀਕਾ ਦੇ ਨਾਲ ਜੋ ਸਰਹੱਦ ਹੈ ਪੜਾਅਵਾਰ ਖੋਲ੍ਹਣ ਦੇ ਲਈ ਸਰਕਾਰੀ ਪੱਧਰ ਤੇ ਗੱਲਬਾਤਾਂ ਚੱਲ ਰਹੀਆਂ, ਪਰ ਪਾਬੰਦੀਆਂ ਇੱਕਦਮ ਹਟਾਉਣ ਦਾ ਜੋਖਮ ਨਹੀਂ ਲਿਆ ਜਾ ਸਕਦਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਦੇਸ਼ ਦੇ ਵਿੱਚ 75% ਤੱਕ ਵਸੋਂ ਨੂੰ ਵੈਕਸੀਨ ਦੇ ਟੀਕੇ ਨਹੀਂ ਲੱਗ ਜਾਂਦੇ, ਉਹਨਾਂ ਚਿਰ ਵਿਦੇਸ਼ੀਆਂ ਵਾਸਤੇ ਸਰਹੱਦਾਂ ਨੂੰ ਨਹੀਂ ਖੋਲ੍ਹਿਆ ਜਾ ਸਕਦਾ। ਹੁਣ ਤੱਕ ਕੈਨੇਡਾ ਦੀ ਅੱਧੀ ਕੁ ਵਸੋਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਦੇ ਘੱਟੋ-ਘੱਟ ਇੱਕ ਟੀਕੇ ਦੇ ਨਾਲ ਵੈਕਸੀਨੇਟ ਕੀਤਾ ਜਾ ਚੁੱਕਾ ਹੈ। ਇਹ ਵੀ ਕਿ ਹੁਣ ਕੈਨੇਡਾ ਤੇ ਅਮਰੀਕਾ ਦਰਮਿਆਨ ਜੋ ਬਾਰਡਰ ਹੈ, ਸਰਹੱਦ ਹੈ, ਉਸ ਨੂੰ 21 ਜੂਨ 2021 ਤੱਕ ਹਾਲ ਦੀ ਘੜੀ ਬੰਦ ਕਰਨ ਦਾ ਫੈਸਲਾ ਆ ਗਿਆ ਹੈ। ਜੋ ਫੋਰਨ ਸਟੂਡੈਂਟਸ ਕੈਨੇਡਾ ਦੇ ਵਿੱਚ ਆਉਂਦੇ ਨੇ ਉਹਨਾਂ ਦੀ ਤੇ ਹੋਰ ਵਿਦੇਸ਼ੀਆਂ ਦੀ ਗੈਰ ਜ਼ਰੂਰੀ ਆਮਦ ਜੋ ਹੈ ਉਸ ਤੇ ਪਾਬੰਦੀਆਂ ਵੀ ਹਾਲ ਦੀ ਘੜੀ ਜਾਰੀ ਰੱਖਣ ਦਾ ਫੈਸਲਾ ਵੀ ਸ਼ਾਮਲ ਹੈ। ਇਹ ਵੀ ਕਿ ਜੋ ਲੋਕ ਵਿਦੇਸ਼ਾਂ ਤੋਂ ਕੈਨੇਡਾ ਦੇ ਵਿੱਚ ਪਹੁੰਚਣਗੇ, ਹਾਲ ਦੀ ਘੜੀ ਉਹਨਾਂ ਦੀਆਂ ਜੋ ਫਲਾਈਟਸ ਨੇ ਉਹ ਟੋਰਾਂਟੋ, ਵੈਨਕੂਵਰ, ਕੈਲਗਰੀ ਤੇ ਮੌਂਟਰੀਅਲ ਹਵਾਈ ਅੱਡਿਆਂ ਤੇ ਹੀ ਆ ਸਕਣਗੀਆਂ ਤੇ ਦੇਸ਼ ਦੇ ਵਿੱਚ ਜੂਨ ਮਹੀਨੇ ਦੇ ਦੌਰਾਨ ਹਾਲ ਦੀ ਘੜੀ ਕੋਈ ਹੋਰ ਹਵਾਈ ਅੱਡਾ ਖੁੱਲ੍ਹਣ ਦੀ ਸੰਭਾਵਨਾ ਨਹੀਂ ਹੈ ਜਿੱਥੇ ਕਿ ਇੰਟਰਨੈਸ਼ਨਲ ਡੈਸਟੀਨੇਸ਼ਨਸ ਤੋਂ ਫਲਾਈਟਸ ਆ ਸਕਣ। ਵਿਦੇਸ਼ਾਂ ਦੇ ਵਿੱਚੋਂ ਕੈਨੇਡਾ ਦੇ ਵਿੱਚ ਪਹੁੰਚਣ ਵਾਲੇ ਲੋਕਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਏਅਰਪੋਰਟ ਤੇ ਹੋਣਾ ਜਾਰੀ ਰੱਖਿਆ ਜਾਵੇਗਾ ਤੇ 3 ਦਿਨਾਂ ਵਾਸਤੇ ਸਰਕਾਰ ਦੇ ਮਾਨਤਾ ਪ੍ਰਾਪਤ ਹੋਟਲ ਦੇ ਵਿੱਚ ਰੁਕਣ ਦੀ ਸ਼ਰਤ ਵੀ ਲਾਗੂ ਰਹੇਗੀ। ਕੈਨੇਡਾ ਦੇ ਵਿੱਚ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕੋਰੋਨਾ ਵਾਇਰਸ ਦੇ ਹੁਣ ਕੇਸ ਕੁਝ ਘਟ ਰਹੇ ਨੇ ਕਿਉਂਕਿ ਵੈਕਸੀਨੇਟ ਹੋਏ ਲੋਕਾਂ ਦੀ ਗਿਣਤੀ ਵਧ ਰਹੀ ਹੈ। ਇਸ ਦੇ ਨਾਲ ਹੀ ਓਨਟਾਰੀਓ, ਸਸਕਾਚਵਾਨ, ਕਿਊਬੈਕ ਤੇ ਬਾਕੀ ਦੀਆਂ ਪ੍ਰੋਵਿੰਸਸ ਦੇ ਵੱਲੋਂ ਵੀ ਹੌਲੀ-ਹੌਲੀ ਬਿਜ਼ਨੈਸਸ ਨੂੰ ਆਮ ਵਾਂਗ ਦੁਬਾਰਾ ਖੋਲ੍ਹਣ ਦੇ ਲਈ ਪ੍ਰੋਗਰਾਮ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਉਧਰ ਇੱਕ ਖਾਸ ਖਬਰ ਦੇ ਮੁਤਾਬਕ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਸਿਰਫ ਤੇ ਸਿਰਫ ਕੋਰੋਨਾ ਵਾਇਰਸ ਤੋਂ ਬਚਾਓ ਦਾ ਟੀਕਾ ਲਗਾਉਣ ਜਾਣਾ ਸੰਭਵ ਨਹੀਂ ਹੈ। ਕੈਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਦੇ ਵੱਲੋਂ ਦੋਨਾਂ ਮੁਲਕਾਂ ਦੇ ਵਾਸੀਆਂ ਨੂੰ ਬਿਲਕੁਲ ਮੁਫਤ ਕੋਰੋਨਾ ਵਾਇਰਸ ਤੋਂ ਬਚਾਅ ਦੇ ਟੀਕੇ ਲਗਾਏ ਜਾ ਰਹੇ ਨੇ, ਪਰ ਪਿਛਲੇ ਹਫ਼ਤਿਆਂ ਦੇ ਦੌਰਾਨ ਕੈਨੇਡਾ ਦੇ ਵਿੱਚ ਵੈਕਸੀਨ ਦੀ ਕਿੱਲਤ ਕਰਕੇ ਕੈਨੇਡਾ ਦੇ ਕੁਝ ਲੋਕ ਅਮਰੀਕਾ ਦੇ ਵਿੱਚ ਟੀਕਾ ਲਗਵਾਉਣ ਜਾਣ ਦੇ ਲਈ ਰੋਚਿਤ ਹੋ ਰਹੇ ਸਨ। ਅਜਿਹੇ ਵਿੱਚ ਕੈਨੇਡਾ ਦੀ ਸਰਕਾਰ ਨੇ ਪਿਛਲੇ ਦਿਨੀ ਡਾਕਟਰ ਦੀ ਸਿਫਾਰਿਸ਼ ਮਗਰੋਂ ਅਮਰੀਕਾ ਤੋਂ ਟੀਕਾ ਲਗਵਾਉਣ ਦੀ ਖੁੱਲ੍ਹ ਦੇ ਵੀ ਦਿੱਤੀ ਸੀ, ਪਰ ਹੁਣ ਮਿਲ ਰਹੀ ਜਾਣਕਾਰੀ ਅਨੁਸਾਰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀ ਉਹਨਾਂ ਕੈਨੇਡਾ ਵਾਸੀਆਂ ਨੂੰ ਵਾਪਸ ਮੋੜ ਦਿੰਦੇ ਨੇ ਜਿਨ੍ਹਾਂ ਕੋਲ ਸਿਰਫ ਟੀਕਾ ਲਗਵਾਉਣ ਲਈ ਉੱਥੇ ਜਾਣ ਦਾ ਪ੍ਰੋਗਰਾਮ ਹੁੰਦਾ ਹੈ। ਅਮਰੀਕਾ ਦੇ ਕਸਟਮਜ਼ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਉੱਥੋਂ ਦੀ ਸਰਕਾਰ ਦੇ ਵੱਲੋਂ ਲਗਾਈਆਂ ਗਈਆਂ ਰੋਕਾਂ ਦੇ ਕਰਕੇ ਅਮਰੀਕਾ ਤੇ ਕੈਨੇਡਾ ਦੇ ਵਿਚਕਾਰ ਸਿਰਫ ਜ਼ਰੂਰੀ ਕਾਰਨਾਂ ਕਰਕੇ ਹੀ ਆਵਾਜਾਈ ਸੰਭਵ ਹੈ, ਭਾਵ ਕਿ ਐਸੈਂਸ਼ੀਅਲ ਟਰੈਵਲ ਹੀ ਸੰਭਵ ਹੈ। ਇਹ ਵੀ ਕਿ ਅਮਰੀਕਾ ਦੇ ਵਿੱਚ ਟੀਕਾ ਲਗਵਾਉਣ ਜਾਣਾ ਕੋਈ ਜ਼ਰੂਰੀ ਕੰਮ ਨਹੀਂ ਹੈ ਕਿਉਂਕਿ ਕੈਨੇਡਾ ਦੇ ਵਿੱਚ ਵੀ ਸਰਕਾਰ ਦੇ ਵੱਲੋਂ ਧੜਾ-ਧੜ ਟੀਕੇ ਲਗਾਏ ਜਾ ਰਹੇ ਨੇ। ਉਧਰ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਦੇ ਕਰਕੇ ਕੈਨੇਡਾ ਦੇ ਸਾਰੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਜੋ ਹਨ ਉਹ ਹਾਲ ਦੀ ਘੜੀ ਬੰਦ ਰੱਖੇ ਜਾ ਰਹੇ ਨੇ ਤੇ ਇਹ ਵੀਜ਼ਾ ਸੈਂਟਰਸ ਕਦੋਂ ਖੁੱਲਣਗੇ ਇਸ ਦੇ ਬਾਰੇ ਅਜੇ ਕੋਈ ਤਰੀਕ ਦਾ ਪਤਾ ਨਹੀਂ ਹੈ, ਜਿਸ ਕਰਕੇ ਜੋ ਲੋਕਾਂ ਨੇ ਆਪਣੇ ਪਾਸਪੋਰਟ ਸਬਮਿਟ ਕਰਨੇ ਨੇ ਵੀਜ਼ਾ ਵਾਸਤੇ ਉਹਨਾਂ ਦੇ ਵਾਸਤੇ ਵੀ BAC ਦੀ ਕੋਰੀਅਰ ਸਰਵਿਸ ਵੀ ਹਾਲ ਦੀ ਘੜੀ ਠੱਪ ਪਈ ਹੈ। ਕੈਨੇਡਾ ਦੇ ਹਾਈ ਕਮਿਸ਼ਨ ਵੱਲੋਂ ਨਵੀਂ ਦਿੱਲੀ ਦੇ ਵਿੱਚ ਲੋਕਾਂ ਨੂੰ ਸਲਾਹ ਇਹ ਦਿੱਤੀ ਗਈ ਹੈ ਕਿ ਆਪਣਾ ਪਾਸਪੋਰਟ ਐਮਬੈਸੀ ਨੂੰ ਸਿੱਧਾ ਨਾ ਭੇਜਿਆ ਜਾਵੇ ਤੇ ਜੇ ਕਿਸੇ ਨੇ ਐਮਬੈਸੀ ਨੂੰ ਪਾਸਪੋਰਟ ਸਿੱਧਾ ਭੇਜਿਆ ਤੇ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਤੇ ਉਹ ਪਾਸਪੋਰਟ ਵਾਪਸ ਲੈਣ ਦੇ ਲਈ ਵੀ ਹਰ ਇੱਕ ਵਿਅਕਤੀ ਨੂੰ ਆਪਣੇ ਪ੍ਰਬੰਧ ਕਰਨੇ ਪੈਣਗੇ। ਉਧਰ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਟੱਡੀ ਪਰਮਿਟ ਵਾਸਤੇ ਵਿਦੇਸ਼ਾਂ ਤੋਂ ਸਟੂਡੈਂਟਸ ਦੀਆਂ ਐਪਲੀਕੇਸ਼ਨਸ ਲਗਾਤਾਰਤਾ ਦੇ ਨਾਲ ਮਿਲ ਰਹੀਆਂ ਨੇ ਤੇ ਖਾਸ ਤੌਰ ਤੇ ਉਹ ਸਮੈਸਟਰ ਜੋ ਕਿ ਫਾਲ 2021 ਦੇ ਵਿੱਚ ਸਤੰਬਰ-ਅਕਤੂਬਰ ਦੇ ਵਿੱਚ ਸ਼ੁਰੂ ਹੋਣਾ ਹੈ, ਉਸ ਦੇ ਵਾਸਤੇ ਸਟੱਡੀ ਪਰਮਿਟ ਲਈ ਐਪਲੀਕੇਸ਼ਨਸ ਸਬਮਿਟ ਕੀਤੀਆਂ ਜਾ ਰਹੀਆਂ ਨੇ। ਹੁਣ ਪਤਾ ਲੱਗਾ ਹੈ ਕਿ 15 ਮਈ ਤੱਕ ਜੋ ਐਪਲੀਕੇਸ਼ਨਸ ਅਧਿਕਾਰੀਆਂ ਨੂੰ ਮਿਲ ਚੁੱਕੀਆਂ ਨੇ ਉਹਨਾਂ ਤੇ ਫੈਸਲਾ ਅਗਸਤ ਦੇ ਪਹਿਲੇ ਹਫ਼ਤੇ ਤੱਕ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਰਾਹਤ ਦੇਣ ਦੇ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵੱਲੋਂ ਲਗਾਤਾਰਤਾ ਦੇ ਨਾਲ ਆਪਣੀ ਨੀਤੀ ਦੇ ਵਿੱਚ ਬਦਲਾਅ ਕੀਤਾ ਜਾਂਦਾ ਰਹਿੰਦਾ ਹੈ ਤਾਂ ਕਿ ਕੋਰੋਨਾ ਵਾਇਰਸ ਕਰਕੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ। ਇੱਕ ਖਾਸ ਖਬਰ ਦੇ ਮੁਤਾਬਕ ਕੈਨੇਡਾ ਦੀ ਸਰਕਾਰ ਦੇ ਵੱਲੋਂ ਯਤਨ ਕੀਤੇ ਜਾ ਰਹੇ ਨੇ ਕਿ ਜੋ ਦੇਸ਼ ਦੇ ਵਿੱਚ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਹੁਣ ਤੱਕ ਖੁੱਲ੍ਹ ਮਿਲੀ ਹੋਈ ਹੈ ਕਿ ਆਪਣੀਆਂ ਸਰਵਿਸਿਜ਼ ਲਈ ਉਹ ਕੋਈ ਵੀ ਫੀਸ ਚਾਰਜ ਕਰ ਸਕਦੇ ਨੇ, ਭਾਵ ਕਿ ਉਹਨਾਂ ਦੀ ਫੀਸ ਆਪਣੀ ਸਰਵਿਸ ਵਾਸਤੇ ਚਾਰਜ ਕਰਨ ਦੀ ਕੋਈ ਲਿਮਿਟ ਨਹੀਂ ਲਗਾਈ ਗਈ ਹੈ, ਪਰ ਇਹ ਲਿਮਿਟ ਨਾ ਲਗਾਈ ਹੋਣ ਕਰਕੇ ਬਹੁਤ ਵੱਡੀ ਤਾਦਾਦ ਦੇ ਵਿੱਚ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਵੱਲੋਂ LMIA ਦੇ ਸਿਲਸਿਲੇ ਦੇ ਵਿੱਚ ਧਾਂਦਲੀਆਂ ਹੋਣ ਬਾਰੇ ਲਗਾਤਾਰਤਾ ਦੇ ਨਾਲ ਪਤਾ ਲੱਗਦਾ ਰਹਿੰਦਾ ਹੈ ਤੇ ਜੇ ਉਹਨਾਂ ਦੇ ਖਿਲਾਫ LMIA ਦੇ ਸਿਲਸਿਲੇ ਦੇ ਵਿੱਚ ਕੋਈ ਦੋਸ਼ ਲੱਗਣ ਵੀ ਤੇ ਉਹ ਕੋਰਟ ਦੇ ਵਿੱਚ ਆਪਣੇ ਕਲਾਇੰਟਸ ਨਾਲ ਕੀਤਾ ਹੋਇਆ ਰਿਟੇਨਰ ਐਗਰੀਮੈਂਟ ਦਿਖਾ ਕੇ ਸਾਫ਼ ਬਰੀ ਹੋ ਜਾਂਦੇ ਨੇ। ਇਸ ਕਰਕੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਕਾਨੂੰਨੀ ਪ੍ਰਬੰਧ ਕੀਤੇ ਜਾ ਰਹੇ ਨੇ ਕਿ ਹਰ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਆਪਣੀ ਸਰਵਿਸ ਵਾਸਤੇ ਵਾਜਬ ਫੀਸ ਲੈਣ ਵਾਸਤੇ ਪਾਬੰਦ ਕੀਤਾ ਜਾਵੇ।
ਕੋਰੋਨਾ ਵਾਇਰਸ ਦੀ ਵੈਕਸੀਨ ਦੇ ਨਾਲ ਸੰਬੰਧਿਤ ਖਾਸ ਖਬਰ ਇਹ ਹੈ ਕਿ ਵਿਲੀਅਮ ਔਸਲਰ ਹੈਲਥ ਸਿਸਟਮਜ਼ ਦੇ ਪ੍ਰੈਜ਼ੀਡੈਂਟ ਡਾਕਟਰ ਨਵੀਦ ਮੁਹੰਮਦ ਨੇ ਬੀਤੇ ਕੱਲ੍ਹ ਦੱਸਿਆ ਕਿ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੀ ਵੈਕਸੀਨ ਕੈਨੇਡਾ ਦੀ ਵੈਕਸੀਨ ਦੇ ਨਾਲੋਂ ਵੱਖਰੀ ਵਰਤੀ ਜਾ ਰਹੀ ਹੈ। ਜਦੋਂ ਉਹਨਾਂ ਨੂੰ ਅਸੀਂ ਪੁੱਛਿਆ ਕਿ ਫਰਕ ਕੀ ਹੈ ਭਾਰਤ ਦੇ ਵਿੱਚ ਵਰਤੀ ਜਾ ਰਹੀ ਵੈਕਸੀਨ ਤੇ ਕੈਨੇਡਾ ਦੇ ਵਿੱਚ ਵਰਤੀ ਜਾ ਰਹੀ ਵੈਕਸੀਨ ਦੇ ਵਿੱਚ, ਕੀ ਇਹ ਨਾ ਹੀ ਵੱਖੋ-ਵੱਖ ਨੇ ਕਿ ਜਾਂ ਫਾਰਮੂਲੇ ਦੇ ਵਿੱਚ ਕੋਈ ਫਰਕ ਹੈ, ਤੇ ਉਹਨਾਂ ਨੇ ਕਿਹਾ ਜੀ ਵੀ ਇਹ ਤੇ ਪੱਕਾ ਹੈ ਕਿ ਭਾਰਤ ਦੇ ਵਿੱਚ ਵਰਤੀ ਜਾ ਰਹੀ ਵੈਕਸੀਨ ਦਾ ਫਾਰਮੂਲਾ ਡਿਫਰੈਂਟ ਹੈ, ਪਰ ਉਹ ਫਾਰਮੂਲੇ ਦੇ ਵਿੱਚ ਕੀ ਫਰਕ ਹੈ ਇਹ ਡਾਕਟਰ ਨਵੀਦ ਨਹੀਂ ਦੱਸ ਸਕੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਭਾਰਤ ਦੇ ਵਿੱਚ ਵਰਤੀ ਜਾ ਰਹੀ ਵੈਕਸੀਨ ਘੱਟ ਅਸਰਦਾਰ ਹੈ। ਇਸ ਦਾ ਸਬੂਤ ਇਸ ਵੇਲੇ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੀ ਪੈ ਰਹੀ ਮਾਰ ਤੋਂ ਸਪਸ਼ਟ ਨਜ਼ਰ ਆ ਰਹੇ ਨੇ। ਬਰੈਂਪਟਨ ਦੇ ਹਸਪੀਟਲ ਦੇ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਇਸ ਵੇਲੇ ਜੋ ਮਰੀਜ਼ ਦਾਖਲ ਨੇ ਉਹਨਾਂ ਦੀ ਗਿਣਤੀ 48 ਦੱਸੀ ਜਾ ਰਹੀ ਹੈ ਤੇ ICU ਦੇ ਵਿੱਚ ਉਹਨਾਂ ਦੇ ਵਿੱਚੋਂ 6 ਮਰੀਜ਼ ਦਾਖਲ ਨੇ। ਬਰੈਂਪਟਨ, ਮਿਸਿਸਾਗਾ ਤੇ ਕੈਲੇਡਨ ਦੇ ਵਿੱਚ ਅੱਜ ਤੋਂ ਸੰਭਵ ਹੋ ਗਿਆ ਹੈ ਕਿ 12 ਸਾਲ ਤੇ ਇਸ ਤੋਂ ਜ਼ਿਆਦਾ ਉਮਰ ਦੇ ਬੱਚੇ ਜੋ ਹਨ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟੀਕਾ ਲਗਾਉਣ ਦੇ ਲਈ ਆਪਣੀ ਅਪਾਇੰਟਮੈਂਟ ਬਣਾ ਸਕਦੇ ਨੇ। ਇਸ ਦੇ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਆਨਲਾਈਨ ਪੀਲ ਰੀਜਨ ਦੀ ਵੈਬਸਾਈਟ ਤੇ ਜਾਇਆ ਜਾ ਸਕਦਾ ਹੈ ਤੇ ਜਾਂ ਫਿਰ 905 791 5202 ਟੈਲੀਫੋਨ ਨੰਬਰ ਤੇ ਗੱਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਓਨਟਾਰੀਓ ਦੇ ਹਸਪਤਾਲਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਹੁਣ ਗਿਣਤੀ ਘਟਣ ਤੋਂ ਬਾਅਦ ਬੀਤੇ ਕੱਲ੍ਹ ਤੋਂ ਹਸਪਤਾਲਾਂ ਦੇ ਵਿੱਚ ਜੋ ਗੈਰ ਜ਼ਰੂਰੀ ਆਪਰੇਸ਼ਨਸ ਕਰਨ ਤੇ ਪਾਬੰਦੀ ਲਗਾਈ ਗਈ ਸੀ ਉਸ ਨੂੰ ਹਟਾ ਲਿਆ ਗਿਆ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਹਸਪਤਾਲਾਂ ਦੇ ਵਿੱਚ ਰਸ਼ ਵਧਣ ਤੋਂ ਚਿੰਤਤ ਹੋ ਕੇ ਬਕਾਇਦਾ ਤੌਰ ਤੇ ਓਨਟਾਰੀਓ ਦੀ ਸਰਕਾਰ ਨੇ ਬੀਤੀ ਅਪ੍ਰੈਲ ਮਹੀਨੇ ਤੋਂ ਗੈਰ ਜ਼ਰੂਰੀ ਸਰਜਰੀਜ਼ ਨੂੰ ਸਸਪੈਂਡ ਕਰਵਾਇਆ ਗਿਆ ਸੀ। ਬਰੈਂਪਟਨ, ਮਿਸਿਸਾਗਾ ਤੇ ਕੈਲੇਡਨ ਦੇ ਵਿੱਚ ਲੋਕਾਂ ਦੀ ਡਾਕ ਚੋਰੀ ਕਰਨ ਦੇ ਦੋਸ਼ਾਂ ਦੇ ਵਿੱਚ ਪੀਲ ਪੁਲਿਸ ਨੇ 2 ਵਿਅਕਤੀ ਗ੍ਰਿਫਤਾਰ ਕੀਤੇ ਨੇ ਤੇ ਇਹ ਦੋਨੇ ਹੀ ਟੋਰਾਂਟੋ ਦੇ ਵਾਸੀ ਦੱਸੇ ਜਾਂਦੇ ਨੇ। ਪੀਲ ਪੁਲਿਸ ਦੀ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਲੰਬਾ ਸਮਾਂ ਚੱਲੀ, ਜਿਸ ਦੇ ਦੌਰਾਨ ਕੈਨੇਡਾ ਪੋਸਟ, ਸਕੋਸ਼ੀਆ ਬੈਂਕ, ਯਾਰਕ ਰੀਜਨਲ ਪੁਲਿਸ ਤੇ ਟੋਰਾਂਟੋ ਪੁਲਿਸ ਨੂੰ ਵੀ ਸ਼ਾਮਲ ਹੋਣਾ ਪਿਆ। ਇਸ ਦੇ ਨਾਲ ਹੀ ਹਾਲਟਨ ਰੀਜਨਲ ਪੁਲਿਸ ਦਾ ਸਹਿਯੋਗ ਵੀ ਲਿਆ ਗਿਆ। ਇਸ ਸਿਲਸਿਲੇ ਦੇ ਵਿੱਚ ਅਜੇ ਇਹਨਾਂ ਦੋਨਾਂ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਉਧਰ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੀ ਅੱਜ ਮਾਰ ਕੁਝ ਘਟੀ ਦੱਸੀ ਜਾਂਦੀ ਹੈ ਤੇ ਮੌਤਾਂ ਦੀ ਗਿਣਤੀ ਵੀ ਬੀਤੇ ਦਿਨਾਂ ਦੇ ਮੁਕਾਬਲੇ ਕੁਝ ਘੱਟ ਦੱਸੀ ਗਈ ਹੈ, ਪਰ ਇਸ ਦੇ ਨਾਲ ਹੀ ਮਿਲਖਾ ਸਿੰਘ ਉਹਨਾਂ ਦਾ ਕੋਰੋਨਾ ਵਾਇਰਸ ਦਾ ਟੈਸਟ ਅੱਜ ਪੋਜ਼ਿਟਿਵ ਆਇਆ, ਜਿਸ ਕਰਕੇ ਵੀ ਉਹਨਾਂ ਨੂੰ ਘਰ ਦੇ ਵਿੱਚ ਇਕਾਂਤਵਾਸ ਕਰਨਾ ਪੈ ਰਿਹਾ। ਖਬਰਾਂ ਦੇ ਬੁਲੇਟਿਨ ਨਾਲ ਜੁੜੇ ਸੀ ਮੈਂ ਹਾਂ ਸਤਪਾਲ ਸਿੰਘ ਜੌਲ।